ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਅਪਡੇਟ ਦੇ ਵਿੱਚ। ਕਈ ਵਾਰ ਕਈ ਮਾਮਲੇ ਇਦਾਂ ਦੇ ਸਾਹਮਣੇ ਆਉਂਦੇ ਨੇ ਕਿ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ ਇੱਥੇ ਵਿਆਹ ਕਰਾ ਕੇ ਪੰਜਾਬ ਦੇ ਵਿੱਚ ਚਲਾ ਗਿਆ ਬਾਹਰ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਮੁੜਿਆ, ਤੇ ਫਿਰ ਉਹਦੀ ਜੋ ਇੱਥੇ ਪਤਨੀ ਰਹਿ ਰਹੀ ਹੈ ਉਹਦਾ ਕੀ ਬਣੇ, ਉਹਦਾ ਖਰਚਾ ਕੌਣ ਚੁੱਕੇ, ਉਹਦੀ ਜ਼ਿੰਦਗੀ ਦਾ ਅੱਗੇ ਕੀ ਬਣੂਗਾ। ਤਾਂ ਇਹਦੇ ਵਿੱਚ ਇੱਕ ਯਾਦਗਾਰੀ ਫੈਸਲਾ ਲਿਆ ਗਿਆ, ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਹਾਈ ਕੋਰਟ ਵੱਲੋਂ। ਜਸਟਿਸ ਸੁਵੀਰ ਸਹਿਗਲ ਸਾਹਿਬ ਨੇ ਲਿੱਤਾ। ਉਹ ਇਹ ਫੈਸਲਾ ਲੈ ਚੁੱਕੇ ਨੇ ਕਿ ਜੋ ਵੀ ਇਨਸਾਨ ਬਾਹਰ ਜਾਣਾ ਚਾਹੁੰਦਾ, ਜਿਹਦਾ ਇੱਥੇ ਵਿਆਹ ਹੋ ਚੁੱਕਾ ਹੈ, ਉਹ ਸਭ ਤੋਂ ਪਹਿਲਾਂ ਕੋਰਟ ਦੇ ਵਿੱਚ ਜਾਏਗਾ, ਉੱਥੇ ਹਲਫਨਾਮਾ ਦੇਗਾ, ਆਪਣੀ ਸਾਰੀ ਜਾਇਦਾਦ ਦੇ ਡਾਕੂਮੈਂਟਸ ਦੇਗਾ ਜਿਹੜੇ ਉਹਦੇ ਪਿਤਾ ਦੇ ਨਾਂ ਤੇ ਹੋਏਗੀ ਜਾਂ ਉਹਦੀ ਜੱਦੀ ਜਾਇਦਾਦ ਹੋਏਗੀ, ਤੇ ਨਾਲ ਹਲਫਨਾਮਾ ਦੇਗਾ ਕਿ ਫਲਾਣੀ ਤਰੀਕ ਨੂੰ ਵਾਪਸ ਆਏਗਾ ਤੇ ਆਪਣੀ ਪਤਨੀ ਨਾਲ ਸੰਪਰਕ ਕਰੇਗਾ, ਵਾਪਸ ਲੈ ਕੇ ਜਾਏਗਾ ਵਿਦੇਸ਼ ਦੇ ਵਿੱਚ ਜਿੱਥੇ ਉਹ ਰਹਿ ਰਿਹਾ, ਜਾਂ ਫਿਰ ਇੱਕ ਨਿਸ਼ਚਿਤ ਸਮੇਂ ਤੱਕ ਇੱਥੇ ਰਹੇਗਾ। ਉਸ ਤੋਂ ਬਾਅਦ ਅਗਲੀ ਕਾਰਵਾਈ ਵਾਸਤੇ ਫਿਰ ਉਹ ਕੋਰਟ ਦੇ ਵਿੱਚ ਆ ਕੇ ਆਪਣਾ ਹਲਫਨਾਮਾ ਦੇਗਾ ਤੇ ਨਾਲ ਉਹ ਡੇਟ ਵੀ ਨਿਸ਼ਚਿਤ ਕਰਵਾਏਗਾ ਕਿ ਕਿਸ ਦਿਨ ਤੱਕ ਉਹ ਬਾਹਰ ਰਹੇਗਾ ਤੇ ਫਿਰ ਕਦੋਂ ਵਾਪਸ ਆ ਰਿਹਾ। ਜੇ ਉਹ ਵਾਪਸ ਨਹੀਂ ਆਉਂਦਾ ਤਾਂ ਉਸ ਹਾਲਾਤ ਦੇ ਵਿੱਚ ਕੀ ਕੀਤਾ ਜਾਏਗਾ ਕਿ ਕੋਰਟ ਵੱਲੋਂ ਇਹ ਆਰਡਰਸ ਦਿੱਤੇ ਜਾਣਗੇ ਕਿ ਜੋ ਹਲਫਨਾਮਾ ਦਿੱਤਾ ਹੈ ਉਸ ਦੇ ਉੱਤੇ ਐਕਸ਼ਨ ਲੈਂਦੇ ਹੋਏ ਉਸ ਦੇ ਪਤੀ ਦੇ ਖਿਲਾਫ ਉਸ ਲੜਕੀ ਨੂੰ ਉਹ ਸਾਰੀ ਜਾਇਦਾਦ ਦੇ ਦਿੱਤੀ ਜਾਏਗੀ ਜੋ ਉਸ ਵਿਅਕਤੀ ਦੀ ਜੱਦੀ ਜਾਇਦਾਦ ਹੈ, ਕਿਉਂਕਿ ਉਸ ਦਾ ਆਉਣ ਵਾਲਾ ਭਵਿੱਖ ਜੋ ਹੈ ਉਸ ਕੁੜੀ ਦਾ, ਉਸ ਨੂੰ ਸੁਰੱਖਿਅਤ ਕਰਨ ਵਾਸਤੇ ਜਸਟਿਸ ਸੁਵੀਰ ਸਹਿਗਲ ਸਾਹਿਬ ਨੇ ਇਹ ਫੈਸਲਾ ਲਿੱਤਾ, ਜੋ ਇੱਕ ਯਾਦਗਾਰੀ ਫੈਸਲਾ ਹੈ। ਔਰ ਵਾਕਈ ਇਸ ਫੈਸਲੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਤਰ੍ਹਾਂ ਲੜਕੀਆਂ ਆਪਣਾ ਜੀਵਨ ਬਰਬਾਦ ਕਰ ਬੈਠਦੀਆਂ ਨੇ, ਜਦੋਂ ਉਹਨਾਂ ਦਾ ਪਤੀ ਵਿਦੇਸ਼ ਤੋਂ ਵਾਪਸ ਨਹੀਂ ਆਉਂਦਾ, ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੇਗੀ। ਦਹੇਜ ਦੇ ਮਾਮਲੇ ਦੇ ਵਿੱਚ ਵੀ ਇੱਕ ਰਾਹਤ ਮਿਲੇਗੀ, ਤਾਂ ਅਗਲੇ ਆਉਣ ਵਾਲੇ ਫਿਊਚਰ ਨੂੰ ਲੈ ਕੇ ਵੀ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ। ਇਨ ਕੇਸ ਉਹਨਾਂ ਦੇ ਕੋਲ ਕੋਈ ਬੱਚਾ ਵੀ ਹੈ, ਕੋਈ ਬੇਬੀ ਵੀ ਹੈ ਉਹਨਾਂ ਦਾ, ਤਾਂ ਉਹਦਾ ਵੀ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਅਕਸਰ ਫਰਾਡ ਹੋ ਜਾਂਦਾ ਸੀ। ਔਰ ਉਸ ਫਰਾਡ ਨੂੰ ਦੇਖਦੇ ਹੋ ਜਦੋਂ ਬਹੁਤ ਸਾਰੀਆਂ ਅਜਿਹੀਆਂ ਸ਼ਿਕਾਇਤਾਂ ਕੋਰਟਸ ਦੇ ਵਿੱਚ ਪਹੁੰਚਦੀਆਂ ਨੇ ਕਿ ਬਾਅਦ ਵਿੱਚ ਕੀ ਕੀਤਾ ਜਾਏ, ਤਾਂ ਉਹ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਹੀ ਉਹਦਾ ਸਾਰਾ ਬੰਦੋਬਸਤ ਕਰ ਲਿਆ ਜਾਵੇ, ਬਾਅਦ ਵਿੱਚ ਕਰਨ ਦੀ ਬਜਾਏ ਪਹਿਲਾਂ ਹੀ ਸਾਰਾ ਇੰਤਜ਼ਾਮ ਕੀਤਾ ਜਾਏ। ਨਾਲ ਇੱਕ ਹੋਰ ਵੀ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਉਹ ਬਾਹਰ ਰਹੇਗਾ, ਉਹ ਆਪਣੇ ਵਕੀਲ ਦੇ ਜ਼ਰੀਏ ਇੱਕ ਫ਼ੋਨ ਨੰਬਰ ਕੋਰਟ ਦੇ ਵਿੱਚ ਰਜਿਸਟਰ ਕਰਵਾਏਗਾ ਤੇ ਉਹ ਫ਼ੋਨ ਨੰਬਰ ਹਮੇਸ਼ਾ ਚਾਲੂ ਰਹੇਗਾ ਉਸਦਾ, ਤੇ ਉਸ ਫ਼ੋਨ ਨੰਬਰ ਦੇ ਉੱਤੇ ਹਮੇਸ਼ਾ ਆਪਣੀ ਪਤਨੀ ਦੇ ਸੰਪਰਕ ਵਿੱਚ ਰਹੇਗਾ, ਆਪਣੇ ਪਰਿਵਾਰ ਦੇ ਸੰਪਰਕ ਵਿੱਚ ਰਹੇਗਾ, ਉਹਨਾਂ ਨਾਲ ਗੱਲਬਾਤ ਕਰਦਾ ਰਹੇਗਾ ਤੇ ਆਪਣਾ ਉੱਥੋਂ ਦਾ ਸਟੇਟਸ ਦੱਸਦਾ ਰਹੇਗਾ ਕਿ ਉੱਥੇ ਉਹ ਕੀ ਕਾਰਵਾਈ ਕਰ ਰਿਹਾ ਹੈ। ਔਰ ਇਹਦੇ ਵਿੱਚ ਉਹਦੇ ਜੋ ਵਕੀਲ ਨੇ ਉਹਨਾਂ ਦੀ ਵੀ ਗਵਾਹੀ ਜ਼ਰੂਰੀ ਤੌਰ ਤੇ ਸ਼ਾਮਿਲ ਹੋਏਗੀ। ਇਹ ਸਾਰੇ ਦਾ ਸਾਰਾ ਜੋ ਕੇਸ ਹੈ ਲੀਗਲ ਮੈਟਰ ਬਣੇਗਾ ਔਰ ਉਹ ਲੀਗਲੀ ਤੌਰ ਤੇ ਬਾਹਰ ਜਾਏਗਾ ਔਰ ਆਪਣੀ ਪਤਨੀ ਨਾਲ ਤੇ ਆਪਣੇ ਪਰਿਵਾਰ ਨਾਲ ਸਾਰਾ ਸੰਪਰਕ ਰੱਖੇਗਾ ਤੇ ਨਿਸ਼ਚਿਤ ਡੇਟ ਤੇ ਉਹ ਵਾਪਸ ਆਏਗਾ ਜੋ ਉਸਨੇ ਹਲਫਨਾਮੇ ਦੇ ਵਿੱਚ ਦਿੱਤੀ ਹੈ। ਇਸ ਤਰ੍ਹਾਂ ਇਸ ਇਤਿਹਾਸਿਕ ਫੈਸਲੇ ਨਾਲ ਕੁੜੀਆਂ ਦਾ ਜੀਵਨ, ਉਹਨਾਂ ਦਾ ਫਿਊਚਰ ਸੁਰੱਖਿਅਤ ਹੋ ਗਿਆ ਹੈ ਔਰ ਇੱਕ ਯਾਦਗਾਰੀ ਫੈਸਲਾ ਬਿਲਕੁਲ ਹਮੇਸ਼ਾ ਯਾਦ ਰੱਖਣ ਯੋਗ ਹੈ, ਜਿਸ ਦੇ ਵਿੱਚ ਜਸਟਿਸ ਸੁਵੀਰ ਸਹਿਗਲ ਨੇ ਆਪਣੀ ਮੋਹਰ ਲਗਾਈ ਹੈ। ਸ਼੍ਰੀ ਨਾਂਦੇੜ ਸਾਹਿਬ ਲਈ ਜੋ ਹਵਾਈ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਸੀ ਕੋਵਿਡ-19 ਦੌਰਾਨ, ਉਹਨਾਂ ਨੂੰ ਲੈ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਇੱਕ ਖੱਤ ਲਿਖਿਆ ਹੈ ਕੇਂਦਰ ਸਰਕਾਰ ਨੂੰ ਤੇ ਨਾਲ ਪੰਜਾਬ ਸਰਕਾਰ ਨੂੰ ਕਿ ਮੁੜ ਤੋਂ ਉਹ ਉਡਾਨਾਂ ਸ਼ੁਰੂ ਕੀਤੀਆਂ ਜਾਣ, ਦਿੱਲੀ ਤੋਂ, ਮੁੰਬਈ ਤੋਂ, ਚੰਡੀਗੜ੍ਹ ਤੋਂ, ਜਿੱਥੋਂ ਵੀ ਸੰਭਵ ਹੋਣ, ਕਿਉਂਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ। ਔਰ ਇਸ ਗੱਲ ਦੇ ਉੱਤੇ ਵੀ ਜ਼ਿਕਰ ਕੀਤਾ ਜਾਵੇ ਕਿ ਸ਼੍ਰੀ ਹਰਿਮੰਦਰ ਸਾਹਿਬ ਵਾਸਤੇ ਵੀ ਜਿਹੜੀਆਂ ਉਡਾਨਾਂ ਬੰਦ ਨੇ ਉਹ ਵੀ ਮੁੜ ਤੋਂ ਸ਼ੁਰੂ ਕੀਤੀਆਂ ਜਾਣ, ਕਿਉਂਕਿ ਹਰ ਥਾਂ ਦੇ ਉੱਤੇ ਸ਼ਰਧਾਲੂ ਜਾਂਦੇ ਨੇ ਤੇ ਮੱਥਾ ਟੇਕਦੇ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਵਾਸਤੇ। ਸੋ ਜੋ ਇਹ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਸੀ ਉਹਨਾਂ ਦੇ ਉੱਤੇ ਦੁਬਾਰਾ ਗੌਰ ਕੀਤਾ ਜਾਵੇ ਤੇ ਨਾਲ ਜਿਹੜੇ ਕਿਰਾਏ ਨੇ ਉਹਨਾਂ ਉੱਤੇ ਵੀ ਗੌਰ ਕੀਤਾ ਜਾਵੇ ਔਰ ਇਸ ਚੀਜ਼ ਨੂੰ ਖਾਸ ਤੌਰ ਤੇ ਤਵੱਜੋ ਦਿੱਤੀ ਜਾਵੇ ਕਿ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਨੇ। ਹੋਰ ਸਾਰੀਆਂ ਫੈਸਿਲਿਟੀਜ਼ ਵੀ ਜੋ ਮਿਲਣੀਆਂ ਚਾਹੀਦੀਆਂ ਨੇ ਸਾਰੇ ਯਾਤਰੀਆਂ ਨੂੰ ਇਸ ਹਵਾਈ ਯਾਤਰਾ ਦੇ ਦੌਰਾਨ, ਉਹਨਾਂ ਵੱਲ ਵੀ ਖਾਸ ਤਵੱਜੋ ਦਿੱਤੀ ਜਾਵੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਇਹ ਸਾਰੀਆਂ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਔਰ ਇਹ ਬੰਦ ਕਰਨੀਆਂ ਜ਼ਰੂਰੀ ਵੀ ਹੋ ਗਈਆਂ ਸੀ, ਜਿਸ ਤਰ੍ਹਾਂ ਕੋਵਿਡ ਬਹੁਤ ਜ਼ਿਆਦਾ ਫੈਲ ਰਿਹਾ ਸੀ ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ। ਇਹਤਿਆਤ ਵਜੋਂ ਇਹ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ, ਪਰ ਉਸ ਤੋਂ ਬਾਅਦ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਤਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਇਹ ਇਨੀਸ਼ੀਏਟਿਵ ਲਿੱਤਾ ਹੈ, ਇੱਕ ਕਦਮ ਚੁੱਕਿਆ ਹੈ ਤੇ ਉਹਨਾਂ ਨੇ ਦੋਵਾਂ ਸਰਕਾਰਾਂ ਨੂੰ ਇਹ ਲਿਖਿਆ ਹੈ, ਬਕਾਇਦਾ ਖਤ ਲਿਖ ਕੇ ਇਹ ਗੁਜ਼ਾਰਿਸ਼ ਕੀਤੀ ਹੈ, ਇਹ ਬੇਨਤੀ ਕੀਤੀ ਹੈ ਕਿ ਤੁਸੀਂ ਖਾਸ ਕਰਕੇ ਸ਼ਰਧਾਲੂਆਂ ਦੇ ਉੱਤੇ ਇਹ ਰਹਿਮ ਕਰੋ, ਖਾਸ ਕਰਕੇ ਸ਼ਰਧਾਲੂਆਂ ਦੇ ਉੱਤੇ ਇਹ ਤੁਸੀਂ ਤਵੱਕੋ ਦਿਓ ਕਿ ਕਿਉਂ ਨਾ ਉਹ ਮੁੜ ਤੋਂ ਇਹਨਾਂ ਸਾਰੇ ਤਖਤ ਸਾਹਿਬਾਨ ਦੇ ਦਰਸ਼ਨ ਕਰਨ ਤੇ ਜਾ ਕੇ ਉੱਥੇ ਆਪਣਾ ਸੀਸ ਨਿਵਾਣ
ਤੇ ਆਪਣੇ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸੋ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਹੋਣੇ ਚਾਹੀਦੇ ਨੇ, ਕਿਉਂਕਿ ਸਾਡਾ ਜੋ ਦੇਸ਼ ਹੈ, ਸਾਡਾ ਜੋ ਪੰਜਾਬ ਹੈ, ਉਹ ਧਾਰਮਿਕ ਸੋਚ ਦਾ ਦੇਸ਼ ਹੈ, ਧਾਰਮਿਕ ਸੋਚ ਦਾ ਖਿੱਤਾ ਹੈ। ਤਾਂ ਉਹਨਾਂ ਸੋਚਾਂ ਦੇ ਸਾਰੇ ਬਾਣੀਆਂ ਨੂੰ, ਉਹਨਾਂ ਸੋਚਾਂ ਦੇ ਸਾਰੇ ਇਨਸਾਨਾਂ ਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ ਜਿਸ ਦੇ ਉਹ ਹੱਕਦਾਰ ਨੇ। ਉਹ ਅਧਿਆਪਕ ਜੋ ਅਜੇ ਤੱਕ ਕੱਚੇ ਨੇ, ਪੰਜਾਬ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ, ਉਹਨਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨਾਲ ਮੁਲਾਕਾਤ ਕੀਤੀ, ਗੱਲਬਾਤ ਕੀਤੀ। ਮੀਟਿੰਗ ਤੋਂ ਬਾਅਦ ਇਹ ਨਿਰਣਾ ਲਿਆ ਕਿ ਜੋ ਉਹ ਲੰਮੇ ਸਮੇਂ ਤੋਂ ਰੋਸ ਪ੍ਰਦਰਸ਼ਨ ਕਰਕੇ ਬੈਠੇ ਸਨ, ਉਹ ਰੋਸ ਪ੍ਰਦਰਸ਼ਨ ਦਾ ਹੁਣ ਅੰਤ ਕੀਤਾ ਜਾਵੇ, ਉਸ ਨੂੰ ਸਮਾਪਤ ਕੀਤਾ ਜਾਵੇ, ਕਿਉਂਕਿ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ, ਇਹ ਭਰੋਸਾ ਦਵਾਇਆ ਕਿ ਅਗਲੇ 15 ਦਿਨਾਂ ਦੇ ਅੰਦਰ ਉਹ ਮੁਲਾਕਾਤ ਕਰਨਗੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦੇ ਨਾਲ। ਤੇ ਫਿਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਅਸੀਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਕੋਈ ਨਾ ਕੋਈ ਪਾਲਿਸੀ ਲੈ ਕੇ ਆਵਾਂਗੇ ਜਿਸ ਦੇ ਤਹਿਤ 10 ਸਾਲ ਦੀ ਜਿਨ੍ਹਾਂ ਨੇ ਸਰਵਿਸ ਦਿੱਤੀ ਹੈ ਇਸ ਖੇਤਰ ਦੇ ਵਿੱਚ ਉਹਨਾਂ ਨੂੰ ਪੱਕਾ ਕੀਤਾ ਜਾਵੇ। ਪਰ ਕੁਝ ਹਿਦਾਇਤਾਂ ਵੀ ਦਿੱਤੀਆਂ ਨੇ ਕਿ ਕੁਝ ਇਨਸਟਰਕਸ਼ਨਸ ਜਾਰੀ ਹੋਣਗੀਆਂ, ਉਸ ਦੇ ਉੱਤੇ ਖਰਾ ਉਤਰਨਾ ਜ਼ਰੂਰੀ ਹੈ, ਉਹਨਾਂ ਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੈ, ਤਾਂ ਉਹਨਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ। ਪਰ ਜਿਹੜੇ ਕੁਆਲੀਫਾਈ ਨਹੀਂ ਕਰਦੇ ਤੇ 10 ਸਾਲ ਦੀ ਸਰਵਿਸ ਦੇ ਚੁੱਕੇ ਨੇ, ਉਹਨਾਂ ਵਾਸਤੇ ਵੱਖਰੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤਾਂ ਕਿ ਉਹਨਾਂ ਨੂੰ ਵੀ ਚੰਗੇ ਪੇ ਸਕੇਲ ਦੇਣ ਤੋਂ ਬਾਅਦ ਉਹਨਾਂ ਦੀ ਲਾਈਫ ਨੂੰ ਵੀ, ਉਹਨਾਂ ਦੀ ਜ਼ਿੰਦਗੀ ਨੂੰ ਵੀ ਸੁਖਾਵਾਂ ਕੀਤਾ ਜਾ ਸਕੇ। ਉਹਨਾਂ ਨੇ ਇਹ ਵਿਸ਼ਵਾਸ ਵੀ ਦਿਵਾਇਆ ਕਿ ਭਗਵੰਤ ਮਾਨ ਜੋ ਪੰਜਾਬ ਦੇ ਸੀਐਮ ਨੇ, ਉਹ ਖਾਸ ਦਰਦ ਮਹਿਸੂਸ ਕਰਦੇ ਨੇ ਉਹਨਾਂ ਅਧਿਆਪਕਾਂ ਨੂੰ ਲੈ ਕੇ ਜਿਨ੍ਹਾਂ ਨੂੰ ਥੋੜ੍ਹੇ ਜਿਹੇ ਪੈਸੇ ਖਾਤਰ ਇਹ ਇੰਨਾ ਲੰਮਾ ਸਮਾਂ ਨੌਕਰੀ ਕਰਨੀ ਪੈਂਦੀ ਹੈ, ਥੋੜ੍ਹੇ ਜਿਹੇ ਪੈਸੇ ਖਾਤਰ ਆਪਣੇ ਘਰ ਨੂੰ ਚਲਾਉਣ ਦੀ ਖਾਤਰ ਇਹ ਸਭ ਕੁਝ ਸਹਿਣਾ ਪੈਂਦਾ ਹੈ, ਔਰ ਇੰਨੇ ਪੈਸੇ ਦੇ ਵਿੱਚ ਉਹ ਚੰਗੀ ਤਰ੍ਹਾਂ ਗੁਜ਼ਾਰਾ ਵੀ ਨਹੀਂ ਕਰ ਸਕਦੇ। ਇਸ ਕਰਕੇ ਉਹਨਾਂ ਦੇ ਪੇ ਸਕੇਲਸ ਨੂੰ ਧਿਆਨ ਵਿੱਚ ਰੱਖਿਆ ਜਾਏਗਾ ਤਾਂ ਕਿ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਸਾਰੀਆਂ ਸਹੂਲਤਾਂ ਮਿਲ ਸਕਣ ਜਿਸ ਦੇ ਉਹ ਹੱਕਦਾਰ ਨੇ। ਸੋ ਇਹ ਇੱਕ ਚੰਗੀ ਖਬਰ ਹੈ ਪੰਜਾਬ ਦੇ ਉਹਨਾਂ ਕੱਚੇ ਮੁਲਾਜ਼ਮਾਂ ਵਾਸਤੇ ਜੋ ਅਧਿਆਪਨ ਦੇ ਖੇਤਰ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ, ਆਪਣੀਆਂ ਸੇਵਾਵਾਂ ਦੇ ਰਹੇ ਨੇ, ਔਰ ਇਸ ਚੀਜ਼ ਦੇ ਉੱਤੇ ਉਹਨਾਂ ਨੇ ਯਕੀਨ ਕਰਦੇ ਹੋਏ ਇਸ ਰੋਸ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਐਲਾਨ ਕਰ ਦਿੱਤਾ, ਇਸ ਰੋਸ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ। ਸੋ ਇਹ ਇੱਕ ਚੰਗਾ ਵਰਤਾਰਾ ਹੈ ਜੋ ਪੰਜਾਬ ਸਰਕਾਰ ਨੇ ਇਹਨਾਂ ਕੱਚੇ ਅਧਿਆਪਕਾਂ ਦੇ ਪ੍ਰਤੀ ਦਿਖਾਇਆ ਹੈ। ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਸਥਿਤ ਜ਼ਿਲ੍ਹਿਆਂਵਾਲਾ ਬਾਗ ਜੋ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, 13 ਅਪ੍ਰੈਲ ਸਨ 1919 ਨੂੰ ਉੱਥੇ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਗੋਲੀ ਚਲਾਈ ਸੀ ਤੇ ਅਨੇਕਾਂ ਪੰਜਾਬੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਉਹ ਸਾਰੇ ਵਿਸਾਖੀ ਦੇ ਦਿਹਾੜੇ ਤੇ ਉੱਥੇ ਇਕੱਠੇ ਹੋਏ ਸਨ ਤੇ ਵਿਸਾਖੀ ਮਨਾ ਰਹੇ ਸਨ, ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਜ਼ਿਆਦਾ ਰਸ਼ ਹੋਣ ਕਰਕੇ ਉੱਥੇ ਥਾਂ ਨਹੀਂ ਸੀ, ਇਸ ਕਰਕੇ ਉਹ ਇਸ ਬਾਗ ਦੇ ਵਿੱਚ ਇਕੱਠੇ ਹੋ ਚੁੱਕੇ ਸਨ। ਪਰ ਅੰਗਰੇਜ਼ੀ ਹਕੂਮਤ ਵੱਲੋਂ ਇਹ ਹੁਕਮ ਜਾਰੀ ਸੀ ਕਿ ਕਿਤੇ ਵੀ ਲੋਕ 4 ਤੋਂ ਜ਼ਿਆਦਾ ਗਿਣਤੀ ਦੇ ਵਿੱਚ ਇਕੱਠੇ ਨਾ ਹੋਣ, ਪਰ ਮਜਬੂਰੀ ਕਾਰਨ ਉਹਨਾਂ ਨੂੰ ਉੱਥੇ ਬੈਠਣਾ ਪਿਆ। ਇਸ ਕਰਕੇ ਉੱਥੇ ਗੋਲੀ ਚਲਾ ਦਿੱਤੀ ਗਈ ਤੇ ਅਨੇਕਾਂ ਪੰਜਾਬੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਜ਼ਿਲ੍ਹਿਆਂਵਾਲੇ ਬਾਗ ਦਾ ਨਿਰਮਾਣ ਹੋਇਆ। ਪਰ ਸੁੰਦਰੀਕਰਨ ਜਦੋਂ ਹੁਣ ਹੁੰਦਾ ਹੈ ਜ਼ਿਲ੍ਹਿਆਂਵਾਲੇ ਬਾਗ ਦਾ, ਤਾਂ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਉਹਨਾਂ ਨੇ ਕਿਸੇ ਵੀ ਇਤਿਹਾਸਕਾਰ ਦੀ ਸਲਾਹ ਨਹੀਂ ਲਈ ਤੇ ਉੱਥੇ ਇੱਕ ਬਹੁਤ ਵੱਡੀ ਗਲਤੀ ਉਹਨਾਂ ਕੋਲ ਹੋਈ ਕਿ ਜਿੱਥੇ-ਜਿੱਥੇ ਫੋਟੋਗ੍ਰਾਫਸ ਲੱਗੀਆਂ ਹੋਈਆਂ ਨੇ ਉਹਨਾਂ ਸ਼ਹੀਦਾਂ ਦੀਆਂ, ਉਹਨਾਂ ਲੀਡਰ ਸਹਿਬਾਨ ਦੀਆਂ ਜਿਨ੍ਹਾਂ ਨੇ ਉਸ ਦੌਰਾਨ ਆਜ਼ਾਦੀ ਦੇ ਵੇਲੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਤੇ ਆਜ਼ਾਦੀ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ, ਆਪਣਾ ਯੋਗਦਾਨ ਦਿੱਤਾ, ਸ਼ਹਾਦਤਾਂ ਵੀ ਦਿੱਤੀਆਂ, ਉਹਨਾਂ ਦੀਆਂ ਤਸਵੀਰਾਂ ਤੇ ਉੱਤੇ ਬਰਕਰਾਰ ਨੇ। ਪਰ ਉਹਨਾਂ ਦੇ ਕੰਮ, ਉਹਨਾਂ ਦੀ ਕਾਰਗੁਜ਼ਾਰੀ, ਉਹਨਾਂ ਨੇ ਕੀ ਸ਼ਹਾਦਤ ਦਿੱਤੀ, ਉਹਨਾਂ ਨੇ ਕਿਹੜੇ ਕੰਮ ਕੀਤੇ, ਆਜ਼ਾਦੀ ਦੀ ਲੜਾਈ ਦੇ ਵਿੱਚ ਕੀ ਯੋਗਦਾਨ ਪਾਇਆ, ਉਹ ਸਾਰਾ ਇਤਿਹਾਸ ਉੱਥੋਂ ਹਟਾ ਦਿੱਤਾ ਗਿਆ। ਇੱਥੋਂ ਤੱਕ ਕਿ ਉਹ ਨਿਸ਼ਾਨ ਵੀ ਹਟਾ ਦਿੱਤੇ ਗਏ ਨੇ ਜਿਸ ਥਾਂ ਦੇ ਉੱਤੇ ਖੜੇ ਹੋ ਕੇ ਜਨਰਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਤਾਂ ਹੋਰ ਵੀ ਐਸੀਆਂ ਬਹੁਤ ਸਾਰੀਆਂ ਕੋਤਾਹੀਆਂ ਹੋਈਆਂ ਨੇ। ਇਸ ਦੇ ਨਾਲ ਇੱਕ ਪਹਿਲਾਂ ਵੀ ਕੋਤਾਹੀ ਹੋ ਚੁੱਕੀ ਹੈ ਕਿ ਇੱਕ ਨਵੀਂ ਦੀਵਾਰ ਤੋੜ ਕੇ, ਰਸਤਾ ਕੱਢ ਕੇ ਉਸ ਨੂੰ ਇੱਕ ਮਾਡਰਨ ਬਾਜ਼ਾਰ ਦੇ ਨਾਲ ਮਿਲਾ ਦਿੱਤਾ ਗਿਆ ਹੈ ਜ਼ਿਲ੍ਹਿਆਂਵਾਲੇ ਬਾਗ ਨੂੰ, ਜੋ ਪੂਰੇ ਇਤਿਹਾਸ ਨੂੰ ਹੀ ਖਤਮ ਕਰ ਦਿੰਦਾ ਹੈ ਕਿ ਲੋਕੀ ਤਾਂ ਇਹ ਇਤਿਹਾਸ ਪੜ੍ਹਦੇ ਰਹੇ ਨੇ ਕਿ ਜ਼ਿਲ੍ਹਿਆਂਵਾਲੇ ਬਾਗ ਦੇ ਅੰਦਰ ਜਾਣ ਦਾ ਤੇ ਬਾਹਰ ਆਉਣ ਦਾ ਇੱਕੋ ਹੀ ਰਸਤਾ ਸੀ, ਫਿਰ ਇਹ ਦੂਜਾ ਰਾਹ ਕਿੱਥੋਂ ਆ ਗਿਆ। ਇਸ ਕਰਕੇ ਉਹ ਸਾਰੀਆਂ ਫੀਲਿੰਗਸ, ਉਹ ਸਾਰੀਆਂ ਭਾਵਨਾਵਾਂ ਖਤਮ ਹੋ ਜਾਂਦੀਆਂ ਨੇ ਜੋ ਇੱਕ ਇਨਸਾਨ ਦੇ ਅੰਦਰ ਪੈਦਾ ਹੋਣੀਆਂ ਚਾਹੀਦੀਆਂ ਨੇ ਜ਼ਿਲ੍ਹਿਆਂਵਾਲੇ ਬਾਗ ਦੇ ਅੰਦਰ। ਔਰ ਇਹ ਸਭ ਦ੍ਰਿਸ਼ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਤੇ ਬਹੁਤ ਸਾਰੇ ਜੋ ਪੰਜਾਬ ਦੇ ਇੰਟੈਲੀਜੈਂਸੀਆ ਪੀਪਲ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਇਤਰਾਜ਼ ਕੀਤਾ ਹੈ ਕਿ ਕਮ ਸੇ ਕਮ ਉਸ ਕੰਪਨੀ ਨੂੰ ਇੰਨੀ ਸਮਝ ਤੇ ਹੋਣੀ ਚਾਹੀਦੀ ਹੈ ਕਿ ਪੰਜਾਬ ਦਾ ਇਤਿਹਾਸ ਜ਼ਿਲ੍ਹਿਆਂਵਾਲੇ ਬਾਗ ਦੇ ਜ਼ਿਕਰ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਤੇ ਜ਼ਿਲ੍ਹਿਆਂਵਾਲੇ ਬਾਗ ਦਾ ਪੂਰਾ ਇਤਿਹਾਸ ਇਹਨਾਂ ਕੰਪਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ। ਜੇ ਆਪ ਨੂੰ ਨਹੀਂ ਪਤਾ ਤਾਂ ਕਿਸੇ ਹਿਸਟੋਰੀਅਨ ਨੂੰ ਨਾਲ ਲਵੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੇੜਛਾੜ ਇਸ ਇਤਿਹਾਸ ਨਾਲ ਨਾ ਹੋਵੇ ਜੋ ਪੰਜਾਬ ਦਾ ਗੌਰਵ ਹੈ, ਜੋ ਪੰਜਾਬ ਦਾ ਮਾਣ ਹੈ। ਇਸ ਕਰਕੇ ਇਸ ਘਟਨਾ ਨੂੰ ਬਹੁਤ ਹੀ ਸਖਤ ਤਰੀਕੇ ਨਾਲ ਲਿੱਤਾ ਜਾ ਰਿਹਾ ਹੈ, ਨਿਖੇਧੀ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਵੀ ਤੇ ਪੰਜਾਬ ਤੋਂ ਬਾਹਰ ਵਸੇ ਜੋ ਸਾਰੇ ਪੰਜਾਬੀ ਨੇ
ਵਿਦੇਸ਼ੀ ਭਾਈਚਾਰਾ ਹੈ ਸਾਡਾ, ਉਹ ਵੀ ਇਸ ਘਟਨਾ ਨੂੰ ਇੱਕ ਨਖੇਦੀ ਦੀ ਨਜ਼ਰ ਨਾਲ ਦੇਖਦੇ ਨੇ ਕਿ ਤੁਸੀਂ ਇਹ ਪੰਜਾਬ ਦੇ ਇਤਿਹਾਸ ਨਾਲ ਛੇੜਖਾਨੀ ਕਿਉਂ ਕਰ ਰਹੇ ਹੋ, ਕਿਉਂਕਿ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਕੌਣ ਦੱਸੇਗਾ ਕਿ ਪੰਜਾਬ ਦਾ ਇਤਿਹਾਸ ਕੀ ਹੈ, ਪੰਜਾਬ ਦੇ ਨਾਲ ਕੀ ਹੋਇਆ, ਪੰਜਾਬ ਨੇ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਸਦਕਾ ਸਾਨੂੰ ਆਜ਼ਾਦੀ ਮਿਲੀ। ਇਸ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਆਜ਼ਾਦੀ ਬਾਰੇ ਦੱਸਣਾ, ਆਉਣ ਵਾਲੀ ਪੀੜ੍ਹੀ ਨੂੰ ਆਜ਼ਾਦੀ ਦੇ ਇਤਿਹਾਸ ਬਾਰੇ ਦੱਸਣਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਕਿਸੇ ਨੂੰ ਵੀ ਇਹ ਕੋਤਾਹੀ ਨਹੀਂ ਕਰਨੀ ਚਾਹੀਦੀ ਕਿ ਸਾਡੇ ਇਤਿਹਾਸ ਨਾਲ ਕਿਸੇ ਪ੍ਰਕਾਰ ਦੀ ਕੋਈ ਛੇੜਖਾਨੀ ਹੋਵੇ, ਸਾਡੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪੰਜਾਬ ਦੇ ਵਿੱਚ ਸਿਜੰਡਾ ਇੰਡੀਆ ਕੰਪਨੀ ਨੇ ਇੱਕ ਕਾਰਨਾਮਾ ਕਰਕੇ ਦਿਖਾਇਆ ਹੈ। ਖੇਤੀਬਾੜੀ ਦੇ ਖੇਤਰ ਦੇ ਵਿੱਚ 1 ਏਕੜ ਜ਼ਮੀਨ ਨੂੰ ਸਿਰਫ 8 ਮਿੰਟਾਂ ਦੇ ਅੰਦਰ ਸਪਰੇਅ ਕੀਤਾ ਡਰੋਨ ਦੀ ਮਦਦ ਦੇ ਨਾਲ। ਸੰਕੇਤ ਇਸ ਗੱਲ ਵੱਲ ਜਾਂਦਾ ਹੈ ਕਿ ਕਿਸ ਤਰ੍ਹਾਂ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅਸੀਂ ਖੇਤੀਬਾੜੀ ਨੂੰ ਮਾਡਰਨ ਤਰੀਕੇ ਨਾਲ ਕਰ ਸਕਦੇ ਹਾਂ, ਕਿਸਾਨਾਂ ਦੀ ਖੂਬ ਮਦਦ ਕੀਤੀ ਜਾ ਸਕਦੀ ਹੈ ਤੇ ਵੱਧ ਝਾੜ ਲਿੱਤਾ ਜਾ ਸਕਦਾ ਹੈ। ਅਨੇਕਾਂ ਮਾਡਰਨ ਬੀਜ, ਨਵੀਆਂ ਖਾਦਾਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਇਹ ਸੈਮੀਨਾਰ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੂੰ ਇਹ ਤਾਕੀਦ ਕੀਤੀ ਗਈ ਜੋ ਕਿਸਾਨਾਂ ਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਯੂਨੀਵਰਸਿਟੀ ਨਾਲ ਜੁੜ ਕੇ ਆਪਣੀ ਭਰਪੂਰ ਫਸਲ ਹੋਰ ਵਧੀਆ ਤਰੀਕੇ ਨਾਲ ਪੈਦਾ ਕਰ ਸਕਦੇ ਹੋ ਤੇ ਪੰਜਾਬ ਨੂੰ ਹੋਰ ਖੁਸ਼ਹਾਲ ਕਰ ਸਕਦੇ ਹੋ, ਨਾਲ ਆਪਣੇ ਜੀਵਨ ਨੂੰ ਵੀ ਖੁਸ਼ਹਾਲ ਕਰ ਸਕਦੇ ਹੋ, ਆਪਣੀ ਆਮਦਨੀ ਨੂੰ ਵਧਾ ਸਕਦੇ ਹੋ, ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਦੇ ਹੋ। ਦੇਖਿਆ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ, ਖੋਜ ਵੀ ਕੀਤੀ ਜਾ ਰਹੀ ਹੈ ਕਿ ਕਿਵੇਂ ਨਵੇਂ ਬੀਜਾਂ ਦੀ ਤੇ ਨਵੀਂ ਟੈਕਨੋਲੋਜੀ ਦੀ ਹੋਰ ਖੋਜ ਕੀਤੀ ਜਾਵੇ ਜੋ ਕਿਸਾਨਾਂ ਨੂੰ ਭਰਪੂਰ ਮਦਦ ਦੇ ਸਕੇ। ਵੱਡੀਆਂ ਅਥਾਰਟੀਜ਼ ਉੱਥੇ ਬੈਠੀਆਂ ਸਨ, ਮੈਨੇਜਰ ਸਾਹਿਬ ਬੈਠੇ ਸਨ ਇਸ ਕੰਪਨੀ ਦੇ, ਸੋ ਡੀਐਸਪੀ ਸਾਹਿਬ ਵੀ ਬੈਠੇ ਸਨ, ਵੱਡੇ ਮੈਜਿਸਟ੍ਰੇਟਸ ਵੀ ਬੈਠੇ ਸਨ ਜਿਨ੍ਹਾਂ ਨੇ ਆ ਕੇ ਇਹ ਦੇਖਿਆ ਮੌਕੇ ਦੇ ਉੱਤੇ ਪਹੁੰਚ ਕੇ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਮਦਦ ਹੋ ਸਕਦੀ ਹੈ। ਪਿਛਲੇ ਦਿਨੀ ਅਸੀਂ ਦੇਖ ਰਹੇ ਹਾਂ ਕਿ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਇਨਜਸਟਿਸ, ਇੱਕ ਤਰ੍ਹਾਂ ਦਾ ਇਨਸਾਫ ਬਹੁਤ ਦੂਰ ਤੱਕ ਚਲਾ ਗਿਆ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿਸਾਨ ਅੰਦੋਲਨ ਹੁਣ ਵੀ ਅਸੀਂ ਦੇਖਦੇ ਹਾਂ ਕਿ ਫਿਰ ਤੋਂ ਬੈਠੇ ਨੇ ਕਿਸਾਨ ਧਰਨੇ ਦੇ ਉੱਤੇ, ਕਿਉਂਕਿ ਫਸਲਾਂ ਦੀ ਸਹੀ ਕੀਮਤ, ਹੋਰ ਬਾਕੀ ਜਿਹੜੇ ਪੁਰਾਣੇ ਉਹਨਾਂ ਨੂੰ ਮੁਨਾਫੇ ਮਿਲਣੇ ਨੇ ਉਹ ਹਜੇ ਤੱਕ ਨਹੀਂ ਮਿਲੇ, ਹਜੇ ਤੱਕ ਜਿਹੜੇ ਉਹਨਾਂ ਨੂੰ ਸਬਸਿਡੀਜ਼ ਮਿਲਣੀਆਂ ਸੀ ਉਹ ਨਹੀਂ ਮਿਲੀਆਂ, ਕਿਤੇ ਨਾ ਕਿਤੇ ਉਹਨਾਂ ਦੀਆਂ ਪੇਮੈਂਟਸ ਰੁਕੀਆਂ ਹੋਈਆਂ ਨੇ, ਉੱਥੇ ਵੀ ਦਿੱਕਤਾਂ ਆ ਰਹੀਆਂ ਨੇ ਤੇ ਨਾਲ ਉਹਨਾਂ ਦੀ ਖੇਤੀਬਾੜੀ ਉਹੀ ਪੁਰਾਣੇ ਤਰੀਕੇ ਨਾਲ ਹੁੰਦੀ ਹੈ ਜਿਸ ਕਰਕੇ ਵੱਧ ਝਾੜ ਨਹੀਂ ਲਿੱਤਾ ਜਾ ਸਕਦਾ। ਪਰ ਜੇ ਸਾਰੀਆਂ ਦਿੱਕਤਾਂ ਦੂਰ ਕਰ ਦਿੱਤੀਆਂ ਜਾਣ ਸਰਕਾਰ ਵੱਲੋਂ ਤੇ ਖੇਤੀਬਾੜੀ ਨੂੰ ਮਾਡਰਨ ਤਰੀਕੇ ਨਾਲ ਕੀਤਾ ਜਾਵੇ, ਜਿਵੇਂ ਅਸੀਂ ਦੇਖਦੇ ਹਾਂ ਐਕਸਪੈਰੀਮੈਂਟਸ ਹੋ ਰਹੇ ਨੇ, ਅਸੀਂ ਇਹ ਹਾਸਿਲ ਕਰ ਸਕਦੇ ਹਾਂ ਸਿੱਟਾ ਕਿ ਪੰਜਾਬ ਦਾ ਜੋ ਖੇਤੀਬਾੜੀ ਦਾ ਖੇਤਰ ਹੈ ਖੂਬ ਤਰੱਕੀ ਕਰ ਸਕਦਾ ਹੈ ਤੇ ਐਗਰੋ ਬੇਸਡ ਜਿਹੜੀਆਂ ਇੰਡਸਟਰੀਜ਼ ਪੰਜਾਬ ਦੇ ਵਿੱਚ ਲਗਾ ਕੇ ਅਸੀਂ ਜੋ ਖੇਤੀਬਾੜੀ ਦੇ ਆਧਾਰਿਤ ਧੰਦੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਵਿਕਸਿਤ ਕਰਕੇ ਅਸੀਂ ਪੰਜਾਬ ਦੀ ਇਕਨੋਮੀ ਨੂੰ ਵੀ ਸਟਰੋਂਗ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਨਾਲ ਜਿੱਥੇ ਖਿੱਤੇ ਦੇ ਹਾਲਾਤ ਸੁਧਰਨਗੇ, ਕਿਸਾਨਾਂ ਦੇ ਹਾਲਾਤ ਵੀ ਸੁਧਰਨਗੇ ਔਰ ਜਿਸ ਦੇਸ਼ ਦਾ ਕਿਸਾਨ ਖੁਸ਼ਹਾਲ ਹੈ ਉਹ ਦੇਸ਼ ਆਪਣੇ ਆਪ ਖੁਸ਼ਹਾਲ ਹੋ ਸਕਦਾ ਹੈ। ਇਸ ਕਰਕੇ ਇੱਕ ਵਧੀਆ ਉਪਰਾਲਾ ਹੈ। ਇਸ ਤਰ੍ਹਾਂ ਹੀ ਨਵੀਂ ਪ੍ਰੋਜੈਕਟ ਦਾ ਅਸੀਂ ਜਦੋਂ ਖੇਤੀਬਾੜੀ ਦੇ ਖੇਤਰ 'ਚ ਇਸਤੇਮਾਲ ਕਰਾਂਗੇ ਤਾਂ ਬਕਾਇਦਾ ਤੌਰ ਤੇ ਸਾਨੂੰ ਉਹ ਸਿੱਟੇ ਪ੍ਰਾਪਤ ਹੋਣਗੇ ਜਿਸ ਦਾ ਅਸੀਂ ਕਦੀ ਸੁਪਨਾ ਦੇਖਦੇ ਹਾਂ। ਇਹ ਸੀ ਪ੍ਰੋਗਰਾਮ ਪੰਜਾਬ ਅਪਡੇਟ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।